अस्सलाम पंजाबी PMS CSS ਵਿੱਚ ਅੱਜ ਅਸੀਂ ਡਿਸਕਸ ਕਰਾਂਗੇ ਜੀ ਕਿ PMS ਦੇ ਪੇਪਰ ਵਿੱਚ ਕਿਹੜੇ ਟੌਪਿਕਸ ਅਸੀਂ ਪ੍ਰਿਪੇਅਰ ਕਰ ਸਕਦੇ ਹਾਂ ਤੇ ਸਿਲੈਕਟਿਵ ਸਟੱਡੀ ਕੀ ਹੋ ਸਕਦੀ ਹੈ। ਪਹਿਲੇ ਮੈਂ ਤੁਹਾਨੂੰ ਕੋਰਸ ਪੈਕ ਸਾਰਾ ਵਿਖਾਵਾਂਗੀ ਜਿਹੜਾ ਖਾਕਾ ਨਿਸਾਬ ਹੈ। ਠੀਕ ਹੈ, ਇਹਦੇ ਵਿੱਚ ਹੁਣ ਤੁਹਾਡੇ ਕੋਲ ਕਿਹੜੀਆਂ ਚੀਜ਼ਾਂ ਨੇ ਨਾ, ਪਹਿਲਾ ਪਰਚਾ ਹੈ। PMS ਪੰਜਾਬੀ ਵਿੱਚ 2 ਪਰਚੇ ਹੁੰਦੇ ਨੇ। ਠੀਕ ਹੈ, ਪਹਿਲਾ ਪਰਚਾ ਜਿਹੜਾ ਹੈ ਉਹਦੇ ਵਿੱਚ ਤੁਹਾਡੇ ਕੋਲ ਇਹਨਾਂ ਨੇ ਮੇਨ ਹੈਡਿੰਗਸ ਦਿੱਤੀਆਂ ਹੋਈਆਂ ਨੇ, ਜਿਵੇਂ ਕਿ ਹੋ ਗਿਆ ਜੀ, ਪਹਿਲਾ ਆ ਜਾਂਦਾ ਟੌਪਿਕ ਪੰਜਾਬੀ ਕਲਾਸਿਕੀ ਸ਼ਾਇਰੀ। ਇਹਦੇ ਵਿੱਚ ਤੁਹਾਡੇ ਕੋਲ 5 ਸ਼ਾਇਰ ਨੇ, ਸੂਫੀ ਸ਼ਾਇਰ ਨੇ। 3 ਨੰਬਰ ਦਾ ਸਵਾਲ ਆਏਗਾ। ਠੀਕ ਹੈ, ਇਹਨਾਂ ਦਾ ਸਵਾਲ ਕਿਵੇਂ ਹੋ ਸਕਦਾ ਹੈ, ਕੋਈ ਸ਼ੇਰ ਦੀ ਤਸ਼ਰੀਹ ਕਰਨੀ। ਠੀਕ ਹੈ, ਤੁਹਾਨੂੰ ਇਹਦੇ ਬਾਅਦ ਮੈਂ ਤੁਹਾਨੂੰ ਪੇਪਰ ਵੀ ਵਿਖਾਵਾਂਗੀ ਜਿਹੜੇ ਪਾਸਟ ਪੇਪਰ ਗੁਜ਼ਰੇ ਨੇ, ਤਾਂ ਕਿ ਤੁਹਾਨੂੰ ਜ਼ਿਆਦਾ ਕਲੈਰਿਟੀ ਹੋ ਜਾਏ। ਅੱਛਾ, ਇਹਦੇ ਵਿੱਚ ਕੀ ਹੋਏਗਾ ਕਿ ਤੁਹਾਨੂੰ ਇੱਕ ਬੰਦ ਦਿੱਤਾ ਜਾਏਗਾ, 2 ਬੰਦ ਹੋਣਗੇ। ਉਹਨਾਂ 2 ਬੰਦਾਂ ਵਿੱਚੋਂ ਤੁਸੀਂ ਇੱਕ ਉੱਤੇ ਤਸ਼ਰੀਹ ਕਰਨੀ ਹੈ। ਫੁੱਲ ਫਲੈਜ ਜਿਹੜੀ ਵੀ ਹੋਏਗੀ, ਕਿਸੇ ਵੀ 5 ਸ਼ਾਇਰ ਨੇ ਤੇ 5 ਵਿੱਚੋਂ ਕੋਈ ਵੀ ਸ਼ਾਇਰ ਆ ਸਕਦਾ, ਉਹ ਤੁਸੀਂ ਤਸ਼ਰੀਹ ਕਰਨੀ ਹੈ। ਦੂਜਾ ਤੁਹਾਡੇ ਕੋਲ ਟੌਪਿਕ ਆਉਂਦਾ ਜੀ ਜਦੀਦ ਸ਼ਾਇਰੀ ਵਿੱਚ। ਠੀਕ ਹੈ, 7 ਤੁਹਾਡੇ ਕੋਲ ਸ਼ਾਇਰ ਨੇ ਤੇ ਉਹਨਾਂ ਦੇ ਮਜ਼ਮੂਨ ਨੇ ਜਾਂ ਸ਼ਾਇਰੀ ਹੈ। ਠੀਕ ਹੈ, ਇਹ 7 ਸ਼ਾਇਰ ਨੇ ਤੇ ਇਹਨਾਂ ਦੀ ਜਦੀਦ ਸ਼ਾਇਰੀ ਉੱਤੇ ਸਵਾਲ ਆਉਂਦਾ ਹੈ। ਇਹਦੇ ਉੱਤੇ ਤੁਹਾਨੂੰ ਕੋਈ 2 ਜਾਂ 3 ਸਵਾਲ ਆਉਣਗੇ। 3 ਨੰਬਰ ਦਾ ਸਵਾਲ ਹੈ, 15 ਦਾ ਸਵਾਲ ਹੋ ਸਕਦਾ ਤੇ 2 ਆ ਜਾਣਗੇ। ਠੀਕ ਹੈ, ਇਸ ਕਰਕੇ ਤੁਸੀਂ ਮਤਲਬ 7 ਵਿੱਚ ਕੋਈ ਜੇ 2 ਸਵਾਲ ਹੋਣਗੇ ਜਾਂ 2 ਸ਼ਾਇਰ ਹੋਣਗੇ ਜਿਹਦੇ ਉੱਤੇ ਤੁਸੀਂ ਆਨਸਰ ਕਰਨਾ ਹੈ। ਤੇ ਇਹਦੇ ਬਾਰੇ ਨੋਰਮਲੀ ਕੋਈ ਸਵਾਲ ਪੁੱਛੇਗਾ ਕਿ ਸ਼ਰੀਫ ਗੰਜਾਹੀ ਦੀ ਜਗਰਾਤੇ ਵਿੱਚ ਕੀ ਫਨੀ ਤੇ ਫਿਕਰੀ ਪੱਖੋਂ ਬਾਰੇ ਗੱਲ ਕਰੋ, ਜਾਂ ਮੁਨੀਰ ਨਿਆਜ਼ੀ ਦੇ ਬਾਰੇ। ਇਸ ਤਰ੍ਹਾਂ ਉਹ ਕੋਈ ਵੀ ਸਵਾਲ ਪੁੱਛ ਸਕਦਾ ਹੈ। ਠੀਕ ਹੈ, 15 ਨੰਬਰ ਦੇ 2 ਸਵਾਲ ਆਉਣਗੇ ਤੇ ਤੁਹਾਨੂੰ 2 ਸਵਾਲ ਕਰਨਾ ਪਏਗਾ। ਅੱਗੇ ਆਂਦਾ ਹੈ ਜੀ ਨਸਰ। ਠੀਕ ਹੈ, ਹਿੱਸਾ 2 ਹੋ ਗਿਆ। ਪਹਿਲਾ ਜਿਹੜਾ ਸੀ ਉਹ ਸ਼ਾਇਰੀ ਦਾ ਹਿੱਸਾ ਸੀ। ਠੀਕ ਹੈ, ਇਹ ਪਹਿਲੇ ਪਰਚੇ ਵਿੱਚ ਪਹਿਲਾ ਹਿੱਸਾ ਸ਼ਾਇਰੀ ਦਾ, ਕਲਾਸਿਕ ਸ਼ਾਇਰੀ, ਜਦੀਦ ਸ਼ਾਇਰੀ 60 ਨੰਬਰ ਦਾ। ਦੂਜਾ ਪਾਰਟ ਹੈ ਜੀ ਨਸਰ ਦਾ, 40 ਨੰਬਰ ਦਾ ਸਵਾਲ ਹੈ। ਅੱਛਾ, ਹੁਣ ਇਹਨੂੰ ਵੀ ਉਹਨੇ ਜਿਹੜਾ ਡਿਵਾਈਡ ਕੀਤਾ ਹੋਇਆ ਹੈ, ਕਿਸ ਟੌਪਿਕ ਵਿੱਚ ਡਿਵਾਈਡ ਕੀਤਾ ਜੀ। ਇੱਕ ਹੋ ਗਿਆ ਕਦੀਮ ਨਸਰ, ਜਿਹੜਾ ਕੋਈ 10 ਨੰਬਰ ਦਾ ਸਵਾਲ ਆਏਗਾ। ਮਵਾਜ਼ੇ ਨੋਸ਼ਾ ਹੈ ਤੇ ਪੱਕੀ ਰੋਟੀ ਹੈ। ਠੀਕ ਹੈ, 10 ਨੰਬਰ ਦਾ ਸਵਾਲ ਹੈ, 2 ਟੌਪਿਕਸ ਨੇ। ਫਿਰ ਆ ਜਾਂਦਾ ਜਦੀਦ ਨਸਰ, 3 ਨੰਬਰ ਦਾ ਸਵਾਲ ਹੈ ਤੇ 4 ਟੌਪਿਕਸ ਨੇ। 2 ਡਰਾਮੇ ਹੋ ਗਏ, ਇੱਕ ਨਾਵਲ ਤੇ ਕਹਾਣੀ। ਕਾਲਾ ਪੱਤਨ, ਟਾਲੀ ਦੇ ਥੱਲੇ, ਟਾਵਾਂ ਟਾਵਾਂ ਤਾਰਾ ਤੇ ਨੂਰੀ। ਇਸ ਤਰ੍ਹਾਂ ਕਰਕੇ 40 ਨੰਬਰ ਪੂਰੇ ਹੋ ਜਾਂਦੇ ਨੇ। ਅੱਛਾ, ਹੁਣ ਮੈਂ ਤੁਹਾਨੂੰ ਦੱਸਣੀ ਆ ਕਿ ਤੁਸੀਂ ਇਹਨੂੰ ਪ੍ਰਿਪੇਅਰ ਕਿਵੇਂ ਕਰ ਸਕਦੇ ਹੋ। 3 ਨੰਬਰ ਦਾ ਸਵਾਲ ਹੈ। ਹੁਣ ਪਹਿਲੇ ਅਸੀਂ ਗੱਲ ਕਰਦੇ ਹਾਂ ਜਦੀਦ ਨਸਰ ਦੀ। 3 ਨੰਬਰ ਦੇ 2 ਸਵਾਲ ਆਉਣਗੇ। ਅੰਡਰਸਟੂਡ ਦੀ ਗੱਲ ਹੈ, 2 ਸਵਾਲ ਹੀ ਆਉਣਗੇ। ਤੁਸੀਂ ਪਾਸਟ ਪੇਪਰ ਵੇਖੋ, 15 ਨੰਬਰ ਦੇ 2 ਸਵਾਲ ਆਉਂਦੇ ਨੇ ਤੇ ਤੁਹਾਨੂੰ ਇੱਕ ਸਵਾਲ ਤੇ ਉਹ ਕਰ ਦੇਗਾ। ਨੋਰਮਲੀ ਉਹ ਕੀ ਕਰਦਾ ਹੈ, ਇਹ 40 ਨੰਬਰ ਦਾ ਪਾਰਟ ਹੈ ਨਾ, ਜਦੀਦ ਨਸਰ ਤੇ ਕਦੀਮ ਨਸਰ। ਉਹ ਕਹੂਗਾ ਕਿ ਜੀ ਕਦੀਮ ਨਸਰ ਦਾ ਇੱਕ ਸਵਾਲ ਉਹ ਦੇ ਦੇਗਾ ਤੇ ਉਹ ਕਹੇਗਾ ਜੀ ਇਹ ਸਵਾਲ ਜਿਹੜਾ ਕੰਪਲਸਰੀ ਸਵਾਲ ਹੈ, ਇਹ ਹਰ ਹਾਲ ਨਾਲ ਹੱਲ ਕਰਨਾ ਹੈ। ਤੇ ਬਾਕੀ ਜਿਹੜੇ ਹੈ ਨਾ 3 ਨੰਬਰ ਦਾ, ਉਹ ਕੀ ਕਰੇਗਾ, 2 ਸਵਾਲ ਦੇਗਾ, ਯਾਨੀ ਕਿ ਉਹ ਦੇਗਾ 3 ਸਵਾਲ ਅਦਰ ਦੈਨ 10 ਨੰਬਰ ਦਾ ਸਵਾਲ। ਉਹ ਤੁਹਾਨੂੰ 3 ਸਵਾਲ ਦੇਗਾ, ਜਦੋਂ ਉਹ ਕਹੇਗਾ ਜੀ ਚੋਇਸ ਹੈ ਤੇ ਚੋਇਸ ਵਿੱਚ 3 ਵਿੱਚੋਂ ਤੁਸੀਂ 2 ਸਵਾਲ ਹੱਲ ਕਰਨੇ। ਉਹ 15 ਨੰਬਰ ਦੇ ਸਵਾਲ ਹੋਣਗੇ। ਹੁਣ ਪ੍ਰਿਪੇਅਰ ਤੁਸੀਂ ਕਿਵੇਂ ਕਰਨਾ। ਜਦੀਦ ਨਸਰ ਵਿੱਚ ਤੁਸੀਂ ਕੀ ਕਰ ਸਕਦੇ ਹੋ ਕਿ ਜੀ 4 ਡਰਾਮੇ, ਯਾਨੀ ਕਿ 2 ਡਰਾਮੇ, ਇੱਕ ਨਾਵਲ ਕਹਾਣੀ ਹੈ। ਤੁਸੀਂ ਕਰੋ ਜੀ ਕੋਈ ਇੱਕ ਡਰਾਮਾ ਕਰ ਲਓ। ਠੀਕ ਹੈ, 2 ਡਰਾਮੇ ਜਿਹੜੇ ਤੇ ਨਾਵਲ ਤੇ ਕਹਾਣੀ ਜ਼ਰੂਰ ਕਰੋ, ਕਿਉਂਕਿ ਉਹ ਕੀ ਕਰੇਗਾ ਜੀ, ਇੱਕ ਉਹ ਡਰਾਮਾ ਦੇ ਦੇਗਾ, ਇੱਕ ਨਾਵਲ ਤੇ ਕਹਾਣੀ ਦੇ ਦੇਗਾ। ਇਸ ਤਰ੍ਹਾਂ ਕਰਕੇ ਉਹ 3 ਸਵਾਲ ਪੂਰੇ ਕਰ ਦੇਗਾ ਤੇ ਇਨ 3 ਸਵਾਲਾਂ ਵਿੱਚ ਤੁਸੀਂ 2 ਸਵਾਲ ਕਰਨੇ ਨੇ। ਠੀਕ ਹੈ, ਤਾਂ ਤੁਸੀਂ ਕਰੋ ਫॉर ਸੇਫ ਸਾਈਡ, ਚਾਰੋਂ ਕਰਨਾ ਚਾਹੋ ਤਾਂ ਚਾਰੋਂ ਕਰ ਸਕਦੇ ਹੋ ਕਿ ਜੀ ਹੋ ਸਕਦਾ ਹੈ ਤੁਹਾਨੂੰ ਕੋਈ ਸਵਾਲ ਨਾ ਆਉਂਦਾ ਹੋਏ। ਠੀਕ ਹੈ, ਤੇ
ਫॉर सेफ साइड ਤੁਸੀਂ ਜਿਹੜੇ 3 ਸਵਾਲ ਹੈ ਤੁਹਾਨੂੰ 3 ਸਵਾਲ ਆਉਣੇ ਚਾਹੀਦੇ ਨੇ। ਪਰ ਅਗਰ ਤੁਹਾਡੇ ਕੋਲ ਟਾਈਮ ਥੋੜਾ ਘੱਟ ਹੈ ਤੇ ਤੁਸੀਂ ਕੀ ਕਰੋ ਜੀ, ਦੋਵੇਂ ਡਰਾਮਾ ਵਿੱਚੋਂ ਇੱਕ ਡਰਾਮਾ ਕਰ ਲਓ, ਜਾਂ ਤੇ ਟਾਲੀ ਦੇ ਥੱਲੇ ਕਰ ਲਓ ਜਾਂ ਕਾਲਾ ਪਤਨ ਕਰ ਲਓ। ਤੇ ਅੱਗੇ ਜਿਹੜਾ ਨੋਵਲ ਤੇ ਕਹਾਣੀ ਹੈ ਉਹਦੇ ਵਿੱਚ ਤੁਸੀਂ ਕੋਈ ਨੋਵਲ ਕਹਾਣੀ ਤੁਸੀਂ ਦੋਵੇਂ ਕਰਨੇ ਆ, ਤਾਂ ਕਿ ਅਗਰ ਉਹ ਸਵਾਲ ਵੀ ਦਿੰਦਾ ਹੈ ਬਹੁਤ ਹੋ ਗਿਆ ਤੇ ਉਹ ਕੀ ਕਰੇਗਾ, ਉਹ ਦੇ ਦੇਗਾ ਜੀ 2 ਡਰਾਮੇ ਦੇ ਦੇਗਾ, ਠੀਕ ਹੈ, ਕਾਲਾ ਪਤਨ ਟਾਲੀ ਦੇ ਥੱਲੇ ਤੇ ਨੋਵਲ ਦੇ ਦੇਗਾ। ਇਹੀ ਹੋਏਗਾ ਨਾ। ਵਰਸਟ ਪਾਰਟ ਸਿਨੈਰੀਓ, ਵਰਸਟ ਕੇਸ ਸਿਨੈਰੀਓ ਕੀ ਜੀ, ਦੋਵੇਂ ਡਰਾਮੇ ਉਹਨੇ ਦੇ ਦਿੱਤੇ ਤੇ ਇੱਕ ਨੋਵਲ ਦੇ ਦਿੱਤਾ, ਤੇ ਤੁਸੀਂ ਕੀ ਕੀਤਾ, ਤੁਸੀਂ ਇੱਕ ਡਰਾਮਾ ਤੇ ਕੀਤਾ ਹੋਇਆ ਸੀ, ਇੱਕ ਨੋਵਲ ਤੁਸੀਂ ਕਰਕੇ ਆਪਣਾ ਸਵਾਲ ਪੂਰਾ ਕਰ ਲਿਆ। ਇਸ ਤਰ੍ਹਾਂ ਤੁਸੀਂ ਸੇਫ ਸਾਈਡ ਤੇ ਰਹੋਗੇ। ਅੱਛਾ, ਹੁਣ ਇਹਦੇ ਵਿੱਚ ਕੀ ਹੈ ਜੀ, ਕਦੀਮ ਨਸਰ ਵਿੱਚ ਮਵਾਜ਼ਨ ਨੋਸ਼ਾ ਜਾਂ ਪੱਕੀ ਰੋਟੀ, 10 ਨੰਬਰ ਦਾ ਸਵਾਲ ਦੇਣਾ, ਕੋਈ ਇੱਕ ਹੀ ਸਵਾਲ ਉਹਨੇ ਦੇਣਾ ਹੈ ਤੇ ਤੁਸੀਂ ਇਹਦੇ ਵਿੱਚੋਂ ਵੀ ਕੋਈ ਇੱਕ ਕਰ ਸਕਦੇ ਹੋ, ਠੀਕ ਹੈ। ਮਵਾਜ਼ਨ ਨੋਸ਼ਾ ਕਰ ਲਓ, ਮੋਸਟਲੀ ਇਹਦੇ ਵਿੱਚ ਆਉਂਦਾ ਹੈ। ਅੱਛਾ, ਨਹੀਂ, ਇਹਦੇ ਵਿੱਚ ਤੁਸੀਂ ਹਾਂ ਇੱਕ ਹੀ ਹੋ, ਨੋਰਮਲੀ ਮਵਾਜ਼ਨ ਨੋਸ਼ਾ ਮੋਸਟਲੀ ਆਉਂਦਾ, ਠੀਕ ਹੈ। ਪਰ ਇਹਦੇ ਵਿੱਚ ਤੁਹਾਨੂੰ ਇੱਕ ਨੁਕਸਾਨ ਹੋਏਗਾ ਜੇ ਤੁਸੀਂ ਕੋਈ ਇੱਕ ਕਰਦੇ ਹੋ ਟੌਪਿਕ, ਕਿਉਂਕਿ ਇੱਕ ਸਵਾਲ ਜਿਹੜਾ ਨਾ ਕੰਪਲਸਰੀ ਹੈ ਤੇ 2 ਹੀ ਟੌਪਿਕਸ ਉਹਨੇ ਦਿੱਤੇ ਨੇ, ਤੇ ਤੁਹਾਨੂੰ ਕੋਸ਼ਿਸ਼ ਕਰਨੀ ਹੈ ਕਿ ਤੁਹਾਨੂੰ ਦੋਵੇਂ ਆਉਂਦੇ ਹੋਣ। ਕੋਈ ਵੀ ਆ ਸਕਦਾ, ਪੱਕੀ ਰੋਟੀ ਦਾ ਵੀ ਸਵਾਲ ਆ ਸਕਦਾ ਹੈ, ਮਵਾਜ਼ਨ ਨੋਸ਼ਾ ਦਾ ਵੀ ਸਵਾਲ ਆ ਸਕਦਾ ਹੈ। ਤੇ ਤੁਸੀਂ ਕੋਈ ਅਗਰ ਥੋੜਾ ਜਿਹਾ ਡਾਊਟਸ ਨੇ, ਅਗਰ ਹੁਣ ਉਹਨੇ ਦਿੱਤਾ ਤੁਹਾਨੂੰ ਪੱਕੀ ਰੋਟੀ ਦਾ ਸਵਾਲ, ਤੁਸੀਂ ਸਵਾਲ ਕੀਤਾ ਹੋਇਆ ਮਵਾਜ਼ਨ ਨੋਸ਼ਾ ਦਾ, ਤੇ ਫਿਰ ਕੀ ਹੋਏਗਾ, ਇਹ ਤਾਂ ਸਵਾਲ ਕੰਪਲਸਰੀ ਸੀ ਨਾ। ਤੇ ਇਸ ਕਰਕੇ ਤੁਸੀਂ ਇਸ ਟੌਪਿਕ ਵਿੱਚ ਦੋਵੇਂ ਕਰਨੇ ਸੌਖੇ ਸੌਖੇ ਨੇ, ਕੋਈ ਇੰਨੀ ਕੋਈ ਮੁਸ਼ਕਿਲ ਗੱਲ ਨਹੀਂ ਹੈ। ਅੱਛਾ, ਹੁਣ ਆ ਜਾਓ ਜੀ ਜਦੀਦ ਸ਼ਾਇਰੀ ਤੇ। 7 ਸ਼ਾਇਰ ਨੇ, 7 ਯਾਨੀ ਕਿ ਸ਼ਾਇਰੀ ਦੇ ਜਿਹੜੇ ਨੇ ਮਜਮੂਏ ਨੇ। ਇਹਦੇ ਵਿੱਚ ਸਵਾਲ ਆਊਗਾ 2, 15 ਨੰਬਰ ਦੇ 2 ਸਵਾਲ ਆਉਣਗੇ, ਪਰ ਤੁਹਾਡੇ ਕੋਲ ਆਪਸ਼ਨ ਬਹੁਤ ਹੈ। 7 ਤੁਹਾਡੇ ਕੋਲ ਟੌਪਿਕਸ ਨੇ, ਹੁਣ ਤੁਸੀਂ 7 ਦੇ 7 ਵੀ ਪ੍ਰਿਪੇਅਰ ਕਰਨੇ ਨੇ, ਤੇ ਸਵਾਲ ਆ ਗਏ ਕਿਸੇ 2 ਤੇ, ਠੀਕ ਹੈ। ਇਹਦੇ ਵਿੱਚੋਂ ਵੀ ਇਫ ਆਈ ਐਮ ਨੋਟ ਰੋਂਗ ਤੇ ਉਹ ਦਿੰਦਾ ਹੈ ਨਾ, ਚੋਇਸ ਦਿੰਦਾ ਹੈ ਤੁਹਾਨੂੰ, 3 ਸਵਾਲ ਦੇਗਾ ਉਹ, ਤੇ ਤੁਸੀਂ 15 ਨੰਬਰ ਦੇ 2 ਸਵਾਲ ਕਰਨੇ ਹੋਣਗੇ। ਹੁਣ ਤੁਸੀਂ ਕੀ ਕਰ ਸਕਦੇ ਹੋ, ਇੱਕ ਰਫ ਜਿਹਾ ਗੈਸ ਹੈ, ਵਾਈਲਡ ਗੈਸ ਐਸਟੀਮੇਟ ਹੈ। ਸ਼ਰੀਫ ਕੰਜਾਈ ਨਾ ਛੱਡਿਓ, ਨॉर्मली सवाल आंदा है। मुनीर नियाजी उत्ते सवाल आंदा है, बाकी सिद्दीकी उत्ते सवाल आंदा है, ठीक है। फिर हो गया मवाते दा भी, ਇਹ ਵੀ ਮੋਸਟਲੀ ਸਵਾਲ ਆਂਦਾ ਹੈ, ਠੀਕ ਹੈ। ਫਿਰ ਤੁਸੀਂ ਇਹ ਤੇ 4-5 ਤੁਸੀਂ ਜ਼ਰੂਰ ਕਰੋ, ਤੁਸੀਂ ਇਹਦੇ ਵਿੱਚੋਂ ਵੀ ਸਿਰਫ ਕੋਈ ਇੱਕ ਛੱਡ ਸਕਦੇ ਹੋ, ਯਾਨੀ ਕਿ ਤੁਹਾਨੂੰ ਫॉर अ सेफर साइड ਤੁਹਾਨੂੰ 6 ਤੇ ਲਾਜ਼ਮੀ ਕਰਨੇ ਚਾਹੀਦੇ, ਠੀਕ ਹੈ। ਲੈਣੀ यानी कि मैं जो ਤੁਹਾਨੂੰ ਜਗਰਾਤੇ ਸ਼ਰੀਫ ਕੰਜਾਹੀ ਵਾਲਾ ਜਗਰਾਤੇ, ਮੁਨੀਰ ਨਿਆਜ਼ੀ ਦੇ 4 ਚੁੱਪ ਚੀਜ਼ਾਂ, ਬਾਕੀ ਸਿੱਦੀਕੀ ਤੇ ਡਾਕਟਰ ਫਕੀਰ ਮੁਹੰਮਦ ਫਕੀਰ, ਇਹ ਤੇ ਤੁਸੀਂ ਹਰ ਹਾਲ ਵਿੱਚ ਕਰਨੇ ਨੇ ਨਾ, ਇਹਦੇ ਯਾਨੀ ਕਿ ਪੱਕੇ ਕਰਨੇ ਨੇ। ਬਾਕੀ ਤੁਸੀਂ ਜਿਹੜਾ ਨਾ ਜਿਹੜਾ ਚੰਦਨ ਰਖਤੇ ਵਿਹੜਾ ਹੈ, ਗਲ ਵਿੱਚ ਪਾਏ ਪ੍ਰੇਤ ਦੀ ਮਹਾਰ ਹੈ, ਇਹ ਤੁਸੀਂ ਨਾ ਲਾਈਟਰ ਨੋਟ ਤੇ ਕਰ ਲਓ ਥੋੜਾ ਬਹੁਤ, ਕਿ ਤੁਹਾਨੂੰ ਆਉਣਾ ਚਾਹੀਦਾ ਹੈ। ਜੇ ਕੋਈ ਸਵਾਲ ਆ ਜਾਂਦਾ ਹੈ ਇਸ ਟੌਪਿਕ ਵਿੱਚੋਂ, ਤੇ ਤੁਹਾਡੇ ਕੋਲ ਆਪਸ਼ਨ ਹੋ ਤੁਸੀਂ ਇਹਨੂੰ ਸੋਲਵ ਕਰ ਸਕੋ। ਇਸ ਤਰ੍ਹਾਂ ਕਰਕੇ ਤੁਸੀਂ ਇਹਦੇ ਤਿਆਰੀ ਕਰਨੀ ਹੈ, ਠੀਕ ਹੈ ਜੀ। ਨੈਕਸਟ ਇਹ ਆ ਗਿਆ ਜੀ ਕਲਾਸਿਕ ਸ਼ਾਇਰੀ, ਤੇ ਇਹਦੇ ਵਿੱਚ ਤੇ ਤੁਸੀਂ ਤੁਹਾਨੂੰ ਥੀਮ ਪਤਾ ਹੋਣੀ ਚਾਹੀਦੀ। ਮੈਨੂੰ ਕਿਸੇ ਪੁੱਛਿਆ ਜੀ ਕਿਸ ਤਰ੍ਹਾਂ ਅਸੀਂ ਪ੍ਰਿਪੇਅਰ ਕਰਾਂਗੇ, ਤੇ ਇੱਕ ਕਿਤਾਬ ਨॉर्मली ਬਾਜ਼ਾਰ ਵਿੱਚੋਂ ਵੀ ਕਿਤਾਬਾਂ ਲੱਭ ਜਾਂਦੀਆਂ ਨੇ, ਬਾਬਾ ਫਰੀਦ ਦੀ ਕਿਤਾਬਾਂ ਵੀ, ਰੈਂਡਮ ਜਿਹੜੀ ਰਿਕਮੈਂਡਡ ਬੁੱਕਸ ਨੇ ਉਹ ਵੀ ਤੁਸੀਂ ਵੇਖ ਸਕਦੇ ਹੋ। ਅਗਵਾਹੀ ਜਿਹੜੀ ਕਿਤਾਬ ਹੈ ਉਹਦੇ ਵਿੱਚ ਵੀ ਜਿਹੜੇ ਨਾ ਬਹੁਤ ਸਾਰੇ ਸ਼ਾਇਰ ਦਿੱਤੇ, ਸ਼ਾਇਰਾਂ ਦੀ ਤਸ਼ਰੀਹ ਵੀ ਦਿੱਤੀ ਹੋਈ ਹੈ। ਦੂਜਾ ਤੁਸੀਂ ਕੀ ਕਰ ਸਕਦੇ ਹੋ, ਬਾਬਾ ਫਰੀਦ, ਜਿਸ ਤਰ੍ਹਾਂ ਬਾਬਾ ਫਰੀਦੁੱਦੀਨ ਗੰਜ ਸ਼ੱਕਰ ਨੇ, ਇਹਨਾਂ ਦੇ ਤੁਸੀਂ ਤੁਹਾਨੂੰ ਥੀਮ ਪਤਾ ਹੋਣੀ ਚਾਹੀਦੀ, ਠੀਕ ਹੈ। ਮੈਂ ਤੁਹਾਨੂੰ ਇਹ ਕਹਾਂਗੀ, ਕਿਉਂਕਿ ਮੋਰਲੈਸ ਜਿਹੜੀ ਇਹਨਾਂ ਦੀ ਥੀਮ ਹੈ ਨਾ, ਰਿਲੀਜੀਅਸ ਥੀਮ ਹੈ, ਤਸਵੁਫ ਦੇ ਬਾਰੇ ਗੱਲ ਹੋਈ ਹੈ, ਅੱਲਾ ਰਸੂਲ ਦੀ ਦੀਨ ਦੇ ਬਾਰੇ ਗੱਲ ਹੈ, ਸ਼ਾਹ ਹੁਸੈਨ ਦੀਆਂ ਕਾਫੀਆਂ ਨੇ, ਸੁਲਤਾਨ ਬਾਹੂ ਦੀ, ਠੀਕ ਹੈ। ਇਸ ਤਰ੍ਹਾਂ ਸੀ ਹਰਫੀ ਹੋ ਗਈ, ਸੁਲਤਾਨ ਬਾਹੂ ਦੀਆਂ, ਬਾਬਾ ਬੁੱਲੇ ਸ਼ਾਹ ਦੀ ਕਾਫੀ, ਇਸ ਤਰ੍ਹਾਂ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਕੀ ਕਹਿਣਾ ਚਾਹੁੰਦੇ ਨੇ। ਜਿਵੇਂ CSS ਵਿੱਚ ਅਸੀਂ ਇਹਨੂੰ ਵੇਖਿਆ ਤੇ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੀ ਥੀਮ ਤੇ ਥੋਟ ਕੀ ਹੈ। ਉਹ ਤੁਹਾਨੂੰ ਥੀਮ ਪਤਾ ਹੋਏਗੀ ਤੇ ਤੁਸੀਂ ਕਿਸੇ ਵੀ ਸ਼ੇਰ ਨੂੰ, ਕੋਈ ਨਾ ਵੀ ਤੁਹਾਨੂੰ ਸ਼ੇਰ ਆਉਂਦੇ ਨਾ, ਕੋਈ ਵੀ ਤੁਹਾਨੂੰ
ਇੱਕ ਅਗਰ ਪਤਾ ਲੱਗ ਗਿਆ ਕੋਈ ਉਹਦਾ ਵਰਡ ਜਾਂ ਇੱਕ ਮਿਸਰਾ ਤੁਹਾਨੂੰ ਸਮਝ ਆ ਗਿਆ ਹੈ ਤਾਂ ਤੁਸੀਂ ਉਹਨੂੰ ਕੰਟੀਨਿਊ ਕਰ ਸਕਦੇ ਹੋ ਬਿਕੋਜ਼ ਤੁਹਾਨੂੰ ਉਹਨਾਂ ਦੀ ਥੀਮ ਪਤਾ ਹੈ। ਠੀਕ ਹੈ। ਜਾਂ ਨੋਰਮਲੀ ਕੋਸ਼ਿਸ਼ ਕਰੋ ਕਿ ਜ਼ਿਆਦਾ ਤੋਂ ਪੰਜਾਬੀ ਦੇ ਸ਼ੇਰ ਪੜ੍ਹਨ ਦੀ ਕੋਸ਼ਿਸ਼ ਕਰੋ ਅਤੇ ਉਹਨਾਂ ਦੀਆਂ ਤਸ਼ਰੀਹਾਂ ਦੀ ਵੀ ਕੋਸ਼ਿਸ਼ ਕਰੋ ਕਿ ਤੁਹਾਨੂੰ ਕਿਤੇ ਨਾ ਕਿਤੇ ਤਸ਼ਰੀਹ ਲੱਭ ਜਾਏ ਤਾਂ ਕਿ ਤੁਸੀਂ ਲਿਖ ਸਕੋ। ਠੀਕ ਹੈ। ਸਮਟਾਈਮਸ ਸਾਨੂੰ ਸ਼ਾਇਰ ਦਾ ਪਤਾ ਨਹੀਂ ਹੁੰਦਾ ਕਿਉਂਕਿ ਸ਼ਾਇਰ ਦਾ ਵੀ ਨਾਂ ਲਿਖਣਾ ਹੁੰਦਾ, ਸ਼ਾਇਰ ਦਾ ਸਾਨੂੰ ਪਤਾ ਨਹੀਂ ਹੁੰਦਾ ਅਤੇ ਅਸੀਂ ਰੈਂਡਮ ਜਿਹੜੀ ਹੈ ਨਾ ਸਟਾਰਟ ਕਰ ਦਿੰਦੇ ਹਾਂ ਅਤੇ ਤੁਹਾਨੂੰ ਜਾਂ ਤਾਂ ਸ਼ਾਇਰ ਦਾ ਨਾਂ ਪਤਾ ਹੋ ਤਾਂ ਤੁਹਾਨੂੰ ਥੀਮ ਪਤਾ ਲੱਗ ਜਾਊਗੀ ਅਤੇ ਸ਼ਾਇਰ ਦਾ ਨਾਂ ਨਹੀਂ ਪਤਾ ਅਤੇ ਤੁਹਾਨੂੰ ਪੰਜਾਬੀ ਤੁਹਾਨੂੰ ਇੰਨੀ ਆਉਣੀ ਚਾਹੀਦੀ ਹੈ ਕਿ ਤੁਸੀਂ ਪੜ੍ਹ ਕੇ ਉਹਨੂੰ ਸਮਝ ਸਕੋ ਕਿ ਇਹ ਸ਼ੇਰ ਵਿੱਚ ਕੀ ਕਹਿਣਾ ਚਾਹ ਰਿਹਾ ਸ਼ਾਇਰ। ਠੀਕ ਹੈ। ਸਮ ਅਪ ਕਰਨੀ ਹੈ ਜੀ, ਕਲਾਸਿਕੀ ਸ਼ਾਇਰੀ ਤੁਸੀਂ ਸਾਰੇ ਹੀ ਕਰਨੇ ਕਿਉਂਕਿ ਇਹਦੇ ਵਿੱਚ ਕੋਈ ਮਤਲਬ ਜ਼ਿਆਦਾ ਕੋਈ ਪ੍ਰੀਪੇਅਰ ਕਰਨ ਦੀ ਲੋੜ ਨਹੀਂ ਹੈ। ਆਪਣੀ ਤੁਸੀਂ ਰੀਡਿੰਗ ਤੁਹਾਡੀ ਚੰਗੀ ਹੋਈ ਸ਼ਾਇਰੀ ਬਾਰੇ ਤੁਹਾਨੂੰ ਜ਼ਿਆਦਾ ਜੋ ਨੌਲੇਜ ਹੋਏ ਜਾਂ ਉਹਨਾਂ ਦੀਆਂ ਥੀਮਸ ਪੜ੍ਹ ਲਓ ਕੀ ਹੈ ਜਾਂ ਉਹਨਾਂ ਦੇ ਸ਼ੇਰ ਕਿੱਥੇ ਸੀਐਸਐਸ ਦੀ ਕਿਤਾਬਾਂ ਵਿੱਚ ਜਾਂ ਰਿਕਮੈਂਡਡ ਬੁੱਕਸ ਵਿੱਚ ਜਿਹੜੇ ਨਾ ਸ਼ੇਰਾਂ ਵਾਲੀ ਇਹਨਾਂ ਦੀ ਕਿਤਾਬਾਂ ਵੇਖ ਲਓ, ਉੱਥੋਂ ਪੜ੍ਹ ਲਓ ਤਾਂ ਤੁਹਾਨੂੰ ਆਈਡੀਆ ਹੋ ਜਾਏਗਾ। ਜਦੀਦ ਸ਼ਾਇਰੀ ਵਿੱਚ ਤੁਸੀਂ 7 ਵਿੱਚੋਂ 6 ਟੋਪਿਕਸ ਕਰ ਸਕਦੇ ਹੋ। ਉਦੋਂ ਉਹ 6 ਵਿੱਚੋਂ ਵੀ ਤੁਸੀਂ ਜਿਹੜਾ ਨਾ 4 ਤੇ ਤੁਸੀਂ ਬੜੇ ਚੰਗੇ ਕਰਨੇ ਨੇ ਅਤੇ ਦੋ ਜਿਹੜੇ ਟੋਪਿਕਸ ਨੇ ਤੁਸੀਂ ਕੱਚੇ ਪੱਕੇ ਕਰ ਸਕਦੇ ਹੋ ਤਾਂ ਕਿ ਮਾੜੇ ਮਾੜੇ ਤਾਂ ਕਿ ਤੁਹਾਨੂੰ ਇੰਨੀ ਕੋਈ ਮੁਸ਼ਕਿਲ ਨਾ ਆਏ ਪੇਸ਼ ਜਦੋਂ ਤੁਹਾਡੇ ਉੱਤੇ ਸਵਾਲ ਆਏ। ਠੀਕ ਹੈ। 15 ਨੰਬਰ ਦੇ 2 ਸਵਾਲ ਆਉਣਗੇ। ਦੈਨ ਕਦੀਮ ਨਸਰ ਵਿੱਚ ਤੁਸੀਂ ਇਹ 2 ਟੋਪਿਕ ਕਰਨੇ ਫॉर ਅ ਸੇफ ਸਾਈਡ ਕੇ 10 ਨੰਬਰ ਦਾ ਸਵਾਲ ਆਊਗਾ ਅਤੇ ਇਹ ਕੰਪਲਸਰੀ ਸਵਾਲ ਹੋਏਗਾ ਅਤੇ ਤੁਸੀਂ 2 ਟੋਪਿਕਸ ਕਰਨੇ। ਅਤੇ ਨੈਕਸਟ ਆ ਜਾਂਦੇ ਜੀ ਜਦੀਦ ਨਸਰ, ਇਹਦੇ ਵਿੱਚੋਂ ਤੁਸੀਂ 4 ਵਿੱਚੋਂ 3 ਟੋਪਿਕ ਕਰਨੇ ਨੇ। ਡਰਾਮੇ ਵਿੱਚੋਂ 1 ਡਰਾਮਾ ਕਰ ਲਓ, 2 ਡਰਾਮੇ ਨੇ ਅਤੇ ਨਾਵਲ ਕਹਾਣੀ ਜ਼ਰੂਰ ਕਰਿਓ ਕਿਉਂਕਿ ਨਾਵਲ ਕਹਾਣੀ ਉੱਤੇ ਸਵਾਲ ਆਏਗਾ। ਅਤੇ ਰਹਿ ਉਹਨੇ ਸਵਾਲ ਦੇਣੇ ਨੇ 2 ਡਰਾਮੇ ਵੀ ਦੇ ਸਕਦਾ ਹੈ ਅਤੇ 1 ਨਾਵਲ ਕਹਾਣੀ ਵੀ ਦੇ ਸਕਦਾ। ਠੀਕ ਹੈ। ਜਾਂ 1 ਡਰਾਮਾ 1 ਨਾਵਲ 1 ਕਹਾਣੀ ਹੋ ਸਕਦਾ ਅਤੇ ਤੁਹਾਨੂੰ 3 ਤੇ ਟੋਪਿਕਸ ਆਉਣੇ ਚਾਹੀਦੇ ਨੇ ਨਾ ਕਿ ਤੁਸੀਂ ਸੋਲਵ ਕਰ ਲਓ। ਠੀਕ ਹੈ। ਇਸ ਤਰ੍ਹਾਂ ਕਰਕੇ ਤੁਸੀਂ 15 ਨੰਬਰ ਦੇ ਵੀ 2 ਸਵਾਲ ਆਉਣਗੇ ਅਤੇ ਤੁਸੀਂ ਇਹਨੂੰ ਸੋਲਵ ਕਰ ਸਕੋਗੇ। ਠੀਕ ਹੈ। ਇਸ ਤਰ੍ਹਾਂ ਹੋ ਗਿਆ ਜੀ ਸਾਡਾ ਪੇਪਰ 1।